हर पार्टी एक मुद्दे पे चुनाव लड़ती है, तो अगर कोई चुनाव में वोट डालने भी आता है तो वो पार्टी के मुद्दों को देखते हुए अपनी चुनाव में वोट डालता है। तो इस बार आपकी पार्टी के मेन मुद्दे कर्मचारियों के लिए क्या रहेंगे? और बात की जाए तो पे कमीशन की, पे कमीशन को भी लेकर कई कॉन्ट्रैक्ट वर्कर्स को भी बहुत परेशानी का सामना करना पड़ रहा है। तो क्या इस चुनाव के बाद उनकी परेशानियां आपकी पार्टी द्वारा हल की जाएंगी? परेशानी आती है क्योंकि जो सरकार के एंड से कोई भी नोटिफिकेशन आता है वो पेंशनर्स को पहले लागू हो जाता है जी। बात करें तो पंजाब में राजनीतिक चुनाव की सरगर्मियां अपनी चरम सीमा पे हैं। पंजाब की सभी पार्टियां अपने चुनाव को लेकर वोटरों में उतर चुकी हैं और वोटरों में अपने मुद्दों को, अपनी पार्टी के सियासी मुद्दों को बताने में कोई कसर नहीं छोड़ रही। इसी तरह अगर बात की जाए गुरु नानक यूनिवर्सिटी की, तो जहां भी नॉन टीचिंग स्टाफ को लेकर सरगर्मियां शुरू हो चुकी हैं। तो आज हम आपकी बात कराएंगे रजनीश भारद्वाज, महासचिव, जो पहले इस पार्टी के रह चुके हैं। तो उनसे बात करेंगे और बताएंगे कि इस बार उनके क्या मुद्दे रहेंगे और किस तरह इस चुनाव को वो अपनी पार्टी को आगे लेके आ रहे हैं। सर, कब है यूनिवर्सिटी नॉन टीचिंग के चुनाव और कब नॉमिनेशन आप भरने जा रहे हैं? नमस्कार सर, मेरा नाम रजनीश भारद्वाज, जनरल सैकटरी गुरु नानक देव यूनिवर्सिटी इंपलाई एसोसीएशन। हर साल की तरह इस साल भी जी नॉन टीचिंग इंपलाई एसोसीएशन की चोण जो है वो 27 अक्तूबर दिन बुधवार को होने जा रही है। ਉਹਦੇ ਵਿੱਚ ਜਿਹੜਾ ਚੋਣ ਸ਼ਡਿਊਲ ਹੈ ਜੋ ਜਾਰੀ ਕਰਤਾ ਗਿਆ। ਵੋਟਰ ਸੂਚੀ ਬਣਾਉਣ ਦੀ ਅੰਤਿਮ ਮਿਤੀ 15/9 ਸੀ, ਜੋ ਕਿ ਬਣ ਕੇ ਤਿਆਰ ਹੋ ਚੁੱਕੀ ਹੈ। ਤਕਰੀਬਨ 1150 ਦੇ ਕਰੀਬ ਜਿਹੜੇ EMPLOYEES ਆ ਉਹ ਸਾਡੇ ਵੋਟਰ ਨੇ ਜੋ ਵੋਟ ਕਰਨਗੇ। ਤੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਦੀ ਲਾਸਟ ਡੇਟ 15 ਅਕਤੂਬਰ ਹੈ ਜੀ, ਦਿਨ ਸ਼ੁੱਕਰਵਾਰ। ਨੋਮੀਨੇਸ਼ਨ ਚੈਕਿੰਗ ਦੀ ਡੇਟ ਹੈ 17 ਅਕਤੂਬਰ। ਤੇ ਜੇ ਕੋਈ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈਣਾ ਚਾਹੁੰਦਾ ਹੈ ਤੇ ਉਹ 19 ਤਰੀਕ ਨੂੰ ਜਿਹੜਾ ਹੈ ਲਾਸਟ ਤਰੀਕ ਹੈ 19 ਅਕਤੂਬਰ ਨੂੰ। ਉਸ ਤੋਂ ਬਾਅਦ ਜਿਹੜੀ ਆ ਲੜ ਰਹੇ ਉਮੀਦਵਾਰਾਂ ਦੀ ਲਿਸਟ ਆ ਉਹ 21 ਨੂੰ ਪ੍ਰਕਾਸ਼ਿਤ ਹੋਏਗੀ ਤੇ 27 ਤਰੀਕ ਦਿਨ ਬੁੱਧਵਾਰ ਨੂੰ ਨੌਨ ਟੀਚਿੰਗ ਇੰਪਲਾਈ ਐਸੋਸੀਏਸ਼ਨ ਦੀ ਚੋਣ ਜਿਹੜੀ ਆ ਉਹ ਹੋਏਗੀ ਜੀ, ਜਿਹਦੇ 'ਚ ਸਾਡੀ ਪਾਰਟੀ ਡੈਮੋਕ੍ਰੈਟਿਕ ਇੰਪਲਾਈ ਫਰੰਟ, ਜਿਹਦੇ ਸਰਪ੍ਰਸਤ ਸਰਦਾਰ ਜਗੀਰ ਸਿੰਘ ਜੀ ਜੋ ਕਿ ਸਾਬਕਾ ਪ੍ਰਧਾਨ ਸੈਕਟਰੀ ਰਹਿ ਚੁੱਕੇ ਨੇ, ਇਹ ਇਹਨਾਂ ਦੀ ਯੋਗ ਅਗਵਾਈ ਦੇ ਵਿੱਚ ਜਿਹੜੀ ਹੈ ਇਹ ਇਲੈਕਸ਼ਨ ਲੜਨ ਜਾ ਰਹੇ हैं जी। तो 27 तरीक ਨੂੰ ਜਿਹੜੀ ਹੈ ਸਾਡੀ इलेक्शन है जी। सर, कहा जाए तो इस समय आप नॉन टीचिंग स्टाफ की पार्टी के काबिज मेंबरों में एक मेंबर हैं। तो इस बार आपकी पार्टी में से कौन कौन से लोग जो चुनाव लड़ने के लिए तैयार हैं? देखो जी, एसोसीएशन ਦੇ ਵਿੱਚ ਜੋ ਹੈ 17 ਸੀਟਾਂ ਹੁੰਦੀਆਂ ਜੀ। 7 ਜਿਹੜੀਆਂ ਉੱਪਰਲੀਆਂ ਸੀਟਾਂ ਹੈ ਜਿਹਦੇ ਵਿੱਚ ਪ੍ਰੈਜੈਕਟਰੀ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਜੁਆਇੰਟ ਸੈਕਟਰੀ, ਪ੍ਰੈਸ ਸੈਕਟਰੀ, ਕੈਸ਼ੀਅਰ ਤੇ 10 ਜਿਹੜੇ ਆ ਮੈਂਬਰ ਹੁੰਦੇ ਆ। ਠੀਕ ਹੈ ਜੀ। ਉਹਦੇ 'ਚ ਗੁਰਦਾਸਪੁਰ, ਜਲੰਧਰ ਤੇ ਹੋਰ ਵੀ ਜਿਹੜੇ ਯੂਨੀਵਰਸਿਟੀ ਦੇ ਨਾਲ ਅਟੈਚ ਕਾਲਜ ਨੇ, 13 ਕਾਲਜ ਨੇ, ਉਹਨਾਂ ਦੇ ਜੋ ਇੰਪਲਾਈ ਨੇ ਤੇ ਉਹ ਵੋਟ ਕਰਦੇ ਨੇ। ਇਸ ਸਾਲ ਸਾਡੀ ਟੀਮ ਦੀ ਜਿਹੜੀ ਆ ਰਹਿਨਮਾਈ ਜਿਹੜੀ ਹੈ ਉਹ ਮੈਡਮ ਹਰਵਿੰਦਰ ਕੌਰ ਜੀ, ਜੋ ਪਿਛਲੇ ਸਾਲ ਸਾਡੇ ਨਾਲ ਜਿਹੜੇ ਆ ਪ੍ਰਧਾਨ ਦੀ ਇਲੈਕਸ਼ਨ ਲੜੇ ਸਨ ਤੇ ਯੂਨੀਵਰਸਿਟੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਿਸੇ ਮਹਿਲਾ ਨੂੰ ਪ੍ਰਧਾਨ ਬਣਨ ਦਾ ਜਿਹੜਾ ਵਾ ਵੋਟਰਾਂ ਨੇ ਮੌਕਾ ਦਿੱਤਾ ਸੀ। ਬਹੁਤ ਹੀ ਕੁਸ਼ਲ ਅਗਵਾਈ ਕੀਤੀ ਉਹਨਾਂ ਨੇ, ਬਹੁਤ ਜ਼ਿਆਦਾ ਕੰਮ ਜਿਹੜੇ ਆ ਕਰਵਾਏ ਗਏ ਨੇ। ਸੋ ਸਾਡੀ ਪਾਰਟੀ ਦੇ ਵਿੱਚ ਸੇਮ ਪਿਛਲੀ ਵਾਰ ਦੀ ਤਰ੍ਹਾਂ ਮੈਡਮ ਹਰਵਿੰਦਰ ਕੌਰ ਜੀ ਜਿਹੜੇ ਆ ਪ੍ਰੈਜ਼ੀਡੈਂਟ ਦੀ ਚੋਣ ਲੜ ਰਹੇ ਨੇ। ਦਾਸ ਰਜਨੀਸ਼ ਭਾਰਤਵਾਜ ਜਨਰਲ ਸੈਕਟਰੀ, ਸਰਦਾਰ ਹਰਪਾਲ ਸਿੰਘ ਜੋ ਹੈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ, ਸਰਦਾਰ ਸੁਖਵੰਤ ਸਿੰਘ ਵਾਈਸ ਪ੍ਰੈਜ਼ੀਡੈਂਟ, ਸ਼੍ਰੀ ਕਵਲਜੀਤ ਕੁਮਾਰ ਜੀ ਜੁਆਇੰਟ ਸੈਕਟਰੀ, ਡਾਕਟਰ ਸੁਖਵਿੰਦਰ ਸਿੰਘ ਬਰਾੜ ਜੀ ਜਿਹੜੇ ਆ ਸੈਕਟਰੀ ਪਬਲਿਕ ਰਿਲੇਸ਼ਨ, ਸਰਦਾਰ ਗੁਰਪ੍ਰੀਤ ਸਿੰਘ ਜੀ ਕੈਸ਼ੀਅਰ। ਤੇ ਕਾਰਜਕਾਰਨੀ ਮੈਂਬਰਾਂ ਦੇ ਵਿੱਚ ਜੋ ਪਿਛਲੇ ਸਾਲ ਭੈਣ ਜੀ ਹਰਵਿੰਦਰ ਕੌਰ ਜੀ ਦੇ ਆਉਣ ਦੇ ਨਾਲ ਪਾਰਟੀ ਨੂੰ ਬਲ ਮਿਲਿਆ ਸੀ, ਇਸ ਵਾਰ ਸਾਡੀਆਂ ਦੋ ਭੈਣਾਂ ਮੈਡਮ ਹਰਦੀਪ ਕੌਰ ਉਹ ਚੋਣ ਮੈਦਾਨ ਦੇ ਵਿੱਚ ਨੇ ਤੇ ਮੈਡਮ ਸਰਬਜੀਤ ਕੌਰ ਅਕਾਊਂਟਸ ਬ੍ਰਾਂਚ 'ਚੋਂ ਉਹਨਾਂ ਨੇ ਵੀ ਸਾਡੀ ਜਿਹੜੀ ਹੈ ਟੀਮ ਨੂੰ ਜੁਆਇਨ ਕਰਕੇ ਸਾਨੂੰ ਮਾਣ ਬਖਸ਼ਿਆ। ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਮਹਿਲਾਵਾਂ ਨੂੰ ਜਿਹੜਾ ਆ ਪਿਛਲਾ ਸਾਲ ਸਾਰਾ ਸਾਡੀ ਪ੍ਰਧਾਨ ਜੀ ਵੱਲੋਂ ਸਮਰਪਿਤ ਰਿਹਾ ਹੈ। ਪ੍ਰਧਾਨ ਜੀ ਨੇ ਲੇਡੀਜ਼ ਦੀ ਅਪਲਿਫਟਮੈਂਟ ਵਾਸਤੇ ਜਿਹੜੇ ਆ ਕੰਮ ਕੀਤੇ ਆ। ਕੁਛ ਜਿਹੜੇ ਆ ਤੀਜ ਦਾ ਤਿਉਹਾਰ, ਲੋਹੜੀ ਦਾ ਤਿਉਹਾਰ ਜਿਹੜਾ ਮਨਾਇਆ ਗਿਆ
ਤੇ ਬਹੁਤ ਹੀ ਭਰਵੇਂ ਹੁੰਗਾਰੇ ਦੇ ਨਾਲ ਜਿਹੜਾ ਵਾ ਲੇਡੀਜ਼ ਨੇ ਇਸ ਵਾਰ ਵੀ ਜਿਹੜਾ ਸਾਨੂੰ ਸਪੋਰਟ ਦੀ ਪੂਰੀ ਜਿਹੜੀ ਆ ਆਸ ਬਣਾਈ ਹੈ ਜੀ। ਇਸੇ ਲੜੀ 'ਚ ਸਰਦਾਰ ਜ਼ਿਲ੍ਹੇ ਸਿੰਘ ਉਹ ਸਾਡੇ ਕਾਰਜਕਾਰਨੀ ਮੈਂਬਰ ਨੇ, ਸ਼੍ਰੀ ਰੂਪਚੰਦ, ਸਰਦਾਰ ਮੋਹਨਦੀਪ ਸਿੰਘ, ਸ਼੍ਰੀ ਮਨਜਿੰਦਰ ਸਿੰਘ, ਸ਼੍ਰੀ ਕਰਨ ਕਰਿਆਨੀ ਜੀ, ਸਰਦਾਰ ਸਤਵੰਤ ਸਿੰਘ ਬਰਾੜ, ਸ਼੍ਰੀ ਆਤਮਾ ਰਾਮ ਜੀ ਤੇ ਸਰਦਾਰ ਕੁਲਜਿੰਦਰ ਸਿੰਘ ਬਲ, ਇਹ ਸਾਡੀ ਜਿਹੜੀ ਹੈ 17 ਮੈਂਬਰੀ ਜਿਹੜੀ ਆ टीम जड़ी है चोन मैदान च उतर के आ रही है जी। सर, चुनाव में चोन निशान बहुत ज़रूरी होता है, तो इस बार आपका चोन निशान क्या रहने वाला है? सर देखो, साडी पार्टी जड़ी है वो गुरु नानक देव यूनीवर्सिटी की सब तो पुरानी पार्टी है जी। 1981 ਦੇ ਵਿੱਚ ਇਹਦਾ ਗਠਨ ਕੀਤਾ ਗਿਆ ਤੇ ਡੈਮੋਕ੍ਰੈਟਿਕ ਇੰਪਲਾਈ ਫਰੰਟ ਜਿਹੜੀ ਹੈ ਇਹਦਾ ਚੋਣ ਨਿਸ਼ਾਨ ਜੋ ਹੈ ਗੁਲਾਬ ਦਾ ਫੁੱਲ ਆ ਤੇ ਉਸੇ ਚੋਣ ਨਿਸ਼ਾਨ ਦੇ ਥੱਲੇ ਜਿਹੜਾ ਆ ਅਸੀਂ ਇਸ ਵਾਰ ਵੀ ਜਿਹੜੇ ਇਲੈਕਸ਼ਨ ਲੜਾਂਗੇ ਜੀ। ਸਾਡਾ ਚੋਣ ਨਿਸ਼ਾਨ ਗੁਲਾਬ ਦਾ ਫੁੱਲ ਰਹੇਗਾ ਜੀ। सर, बात की जाए तो पिछले साल में आप की पार्टी की जीत हुई थी और आप काबिज मेंबरों में हैं, तो क्या क्या काम कर्मचारियों के लिए किए गए, नॉन टीचिंग स्टाफ के लिए किए गए और क्या उपलब्धियां रही इस साल में, इसका थोड़ा विचार हमारे साथ करें। सर देखो, काम जड़े है वो चलते रहते हैं, काम कभी नहीं मुकते। ਇਨਸਾਨ ਦੀ ਜਿਹੜੀ ਆ ਉਹ ਪੋਜ਼ਿਟਿਵ ਸੋਚ ਹੋਣੀ ਚਾਹੀਦੀ ਆ। ਕੰਮ ਜਿਹੜੇ ਆ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਜਿਹੜੇ ਕਰਾਉਣੇ ਚਾਹੀਦੇ। ਮੈਨੂੰ ਬਹੁਤ ਖੁਸ਼ੀ ਹੈ ਕਿ ਜਿੱਥੇ ਸਾਡੇ ਕਰਮਚਾਰੀ ਸਾਥੀਆਂ ਨੇ ਸਾਨੂੰ ਮੌਕਾ ਬਖਸ਼ਿਆ, ਪਿਛਲੇ ਸਾਲ ਸਾਨੂੰ ਮਾਣ ਬਖਸ਼ਿਆ, ਭੈਣ ਜੀ ਹਰਵਿੰਦਰ ਕੌਰ ਜੋ ਹੈ ਪ੍ਰੈਜ਼ੀਡੈਂਟ ਬਣੇ, ਮੈਂ ਕਹਿੰਦਾ ਰਿਕਾਰਡ ਤੋੜ ਕੰਮ ਜਿਹੜੇ ਹੈ ਜੀ ਪਿਛਲੇ ਸਾਲ ਕਰਾਏ ਗਏ। ਉਸ ਲੜੀ 'ਚ ਜਿਹੜਾ ਹੈ ਮੈਂ ਤੁਹਾਨੂੰ ਚੰਦ ਕੁ ਕੰਮ ਦੱਸਦਾ ਹੈ। ਸਿੰਡੀਕੇਟ ਦੀ 29/9/2020 ਦੀ ਮੀਟਿੰਗ ਦੇ ਵਿੱਚ ਐਜੂਕੇਸ਼ਨ ਸੈਕਟਰੀ ਜੀ ਵੱਲੋਂ ਕੁਝ ਸਾਡੀਆਂ ਪ੍ਰਮੋਸ਼ਨਾਂ ਦੇ ਉੱਤੇ ਆਬਜੈਕਸ਼ਨ ਲਗਾਇਆ ਗਿਆ ਸੀ, ਜਿਹਦੇ ਕਰਕੇ ਸਾਡੀ ਪ੍ਰਮੋਸ਼ਨਾਂ 'ਚ ਘੜੋਤ ਆ ਗਈ ਸੀ। ਅਸੀਂ ਰਿਣੀ ਆ ਆਪਣੀ ਜਿਹੜੀ ਅਥਾਰਟੀ ਦੇ, ਆਪਣੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ, ਰਜਿਸਟਰਾਰ ਸਾਹਿਬ ਡਾਕਟਰ ਕਰਨਜੀਤ ਸਿੰਘ ਕਾਲੋ, ਉਹਨਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਸਾਨੂੰ, ਸਾਰਾ ਸਾਲ ਸਹਿਯੋਗ ਮਿਲਿਆ ਤੇ ਉਹਨਾਂ ਦੇ ਸਹਿਯੋਗ ਸਦਕਾ ਅਸੀਂ ਐਜੂਕੇਸ਼ਨ ਸੈਕਟਰੀ ਜੀ ਨਾਲ ਗੱਲਬਾਤ ਕਰਕੇ ਜੋ ਵੀ ਪ੍ਰਮੋਸ਼ਨਾਂ ਦੇ ਰਿਗਾਰਡਿੰਗ ਕੰਪਲੀਕੇਸ਼ਨ ਸੀਗੀਆਂ ਉਹਨੂੰ ਰਿਮੂਵ ਕਰਵਾ ਕੇ ਤੇ ਆਪਣੇ ਜਿਹੜੇ ਆ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਕਰਾਈਆਂ। ਉਸ ਤੋਂ ਬਾਅਦ ਜਿਹੜਾ ਵਾ ਜੋ ਕਿਸੇ ਕੈਡਰ ਦੇ ਵਿੱਚ ਪ੍ਰਮੋਸ਼ਨਾਂ ਦੇ ਵਿੱਚ ਖੜੋਤ ਸੀ ਉਹਦੇ ਵਾਸਤੇ ਇੱਕ ਸਿੰਡੀਕੇਟ ਦੇ ਵਿੱਚ ਕਮੇਟੀ ਦਾ ਗਠਨ ਕਰਾਇਆ ਗਿਆ। ਉਸ ਗਠਨ ਦੇ ਅਨੁਸਾਰ ਜਿਹੜਾ ਆ ਅਸੀਂ ਵੱਖ-ਵੱਖ ਕੈਡਰਾਂ ਦੀਆਂ ਜਿਹੜੀਆਂ ਪ੍ਰਮੋਸ਼ਨਾਂ ਦੇ ਵਾਸਤੇ ਕੇਸ ਵਿਚਾਰੇ ਤੇ ਮੈਂ ਸਮਝਦਾ ਜੀ ਕਾਫੀ ਤਾਦਾਦ ਦੇ ਵਿੱਚ ਜਿਹੜੇ ਆ ਉਹ ਕੰਮ ਹੋ ਚੁੱਕੇ ਆ। ਕੁਝ ਜਿਹੜੇ ਕੋਈ ਰਹਿੰਦੇ ਆ ਉਹ ਇਨ ਪ੍ਰੋਸੈਸ ਹੈ ਜੀ। ਇੱਕ ਸਾਡੇ ਪੇ ਕਮਿਸ਼ਨ ਦੀ ਗੱਲ ਕਰੀਏ ਤੇ ਸਾਡੇ ਵਾਈਸ ਚਾਂਸਲਰ ਸਾਹਿਬ ਜੀ ਦਾ ਵਤੀਰਾ ਬਹੁਤ ਵਧੀਆ ਹੈ। ਉਹਨਾਂ ਸਿੰਡੀਕੇਟ ਦੇ ਵਿੱਚ ਪਾਸ ਕਰਤਾ ਹੈ ਕਿ ਜੋ ਪੰਜਾਬ ਸਰਕਾਰ ਆਪਦੇ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦੇਗੀ, ਯੂਨੀਵਰਸਿਟੀ ਇਨ ਬਿਨ ਲਾਗੂ ਕਰੇਗੀ, ਉਹਦੇ ਵਾਸਤੇ ਉਹਨਾਂ ਨੋਟੀਫਿਕੇਸ਼ਨ ਜਾਰੀ ਕਰਤਾ ਹੈ। ਵੈਸੇ ਤਾਂ ਸਰਕਾਰ ਦਾ ਰਵੱਈਆ ਬਹੁਤ ਗਲਤ ਹੈ ਜੀ। ਮੁਲਾਜ਼ਮ ਸਾਥੀ ਅਜੇ ਵੀ ਜਿਹੜੇ ਆ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਥਾਵਾਂ ਦੇ ਵਿੱਚ ਧਰਨਾ ਮੁਜ਼ਾਹਰਾ ਪ੍ਰਦਰਸ਼ਨ ਕਰ ਰਹੇ ਨੇ। ਅਸੀਂ ਉਹਨਾਂ ਦੇ ਨਾਲ ਨਿਰੰਤਰ ਰਾਬਤਾ ਕਾਇਮ ਕੀਤਾ ਹੈ। ਅਸੀਂ ਉਹਨਾਂ ਦੇ ਨਾਲ ਜੋ ਹੈ ਜੋ ਹੱਕੀ ਦੇ ਜਾਇਜ਼ ਮੰਗਾਂ ਨੇ ਉਹਨਾਂ ਦੇ ਪ੍ਰਤੀ ਨਾਲ ਖੜ੍ਹੇ ਹਾਂ, ਪਰੰਤੂ ਅਸੀਂ ਇਹ ਚੀਜ਼ ਕਹਿੰਦੇ ਹਾਂ ਕਿ ਸਾਡੇ ਕਰਮਚਾਰੀ ਇਸ ਲਈ ਵਧਾਈ ਦਾ ਪਾਤਰ ਨੇ ਕਿ ਜੋ ਪੰਜਾਬ ਸਰਕਾਰ ਦੇਗੀ ਸਾਡੀ ਯੂਨੀਵਰਸਿਟੀ ਦੇ ਵਿੱਚ ਉਹਨੂੰ ਲਾਗੂ ਕਰਾਉਣ ਦੇ ਵਿੱਚ ਕੋਈ ਕਿਸੇ ਤਰੀਕੇ ਦੀ ਕਮੀ ਨਹੀਂ ਆਏਗੀ। ਸਿੰਡੀਕੇਟ ਦੇ ਵਿੱਚ ਇਹ ਡਿਸੀਜਨ ਹੋ ਗਿਆ ਕਿ ਜੋ ਪੰਜਾਬ ਸਰਕਾਰ ਪੇ ਕਮਿਸ਼ਨ ਲਾਗੂ ਕਰੇਗੀ, ਵਾइस ਚਾਂਸਲਰ ਜੀ ਕੋ ਜੋ ਹੈ ਪਾਵਰਾਂ ਨੇ ਕਿ ਉਹ ਸਿੰਡੀਕੇਟ ਦੀ ਪਾਵਰ ਨੂੰ ਯੂਜ਼ ਕਰਦੇ ਹੋਏ ਉਹ ਸਾਨੂੰ ਜਿਹੜਾ ਵਾ ਲਾਗੂ ਕਰਕੇ ਦੇਣਗੇ। ਉਸ ਤੋਂ ਬਾਅਦ ਸਰ ਕੁਛ ਜਿਹੜਾ ਵਾ ਰੈਨੋਵੇਸ਼ਨ ਦੇ ਕੰਮ ਜਾਂ ਕੁਛ ਸੜਕਾਂ ਬਣਵਾਈਆਂ ਗਈਆਂ, ਜੋ ਕੁਆਟਰ ਨੇ ਸਾਡੇ ਐਡਮਿਨ ਬਲਾਕ ਦੇ ਵਿੱਚ ਜਿਹੜਾ ਆ ਲਿਫਟ ਲਗਵਾਈ ਗਈ। ਇੰਪਲਾਈਜ਼ ਦੇ ਵਾਸਤੇ ਕੰਟੀਨ ਦੀ ਸਮੱਸਿਆ ਸੀਗੀ, ਕੰਟੀਨ ਜਿਹੜੀ ਹੈ ਬਣਵਾਈ ਗਈ ਹੈ। ਹੁਣ ਜਿਹੜਾ ਅਸੀਂ ਇਸ ਟਰਮ ਦੇ ਵਿੱਚ ਐਡਮਿਨ ਬਲਾਕ ਦੀ ਦਿੱਖ ਨੂੰ ਜਿਹੜਾ ਹੈ ਉਹ ਬਣਾਉਣ ਵਾਸਤੇ ਇਹਨੂੰ 에ਅਰ ਕੂਲ ਕਰਾਉਣ ਜਾ ਰਹੇ ਹਾਂ ਜੀ। ਵਾਈਸ ਚਾਂਸਲਰ ਜੀ ਨੇ ਇਹਦੇ ਬਾਰੇ ਜਿਹੜੀ ਆ ਹਾਮੀ ਭਰਤੀ ਹੈ। ਬਹੁਤ ਜਲਦ ਜਿਹੜਾ ਆ ਅਸੀਂ ਜਿਹੜੀ ਐਡਮਿਨ ਬਲਾਕ ਦੇ ਵਿੱਚ ਦੇਖਿਆ ਇਹਦੇ 'ਚ ਜਿਹੜਾ 에ਅਰ ਕੂਲ ਕੀਤਾ ਜਾਏਗਾ, ਬ੍ਰਾਂਚਾਂ ਨੂੰ ਜਿਹੜਾ ਵਾ ਰੈਨੋਵੇਟ ਕੀਤਾ ਜਾਏਗਾ ਜੀ। ਇੱਕ ਸਰ NPS ਜਿਹੜੇ 2004 ਤੋਂ ਬਾਅਦ ਕਰਮਚਾਰੀ ਭਰਤੀ ਹੋਏ ਆ, ਸਰਕਾਰ ਵੱਲੋਂ ਉਹਨਾਂ ਨੂੰ ਪੈਨਸ਼ਨ ਨਹੀਂ ਹੈ। ਬਹੁਤ ਮਾੜੀ ਗੱਲ ਆ। ਸਾਡੀ ਪਹਿਲੀ ਡਿਮਾਂਡ ਇਹ ਆ ਕਿ ਸਰਕਾਰ ਜਿਹੜੀ ਹੈ ਓਲਡ ਪੈਨਸ਼ਨ ਸਕੀਮ ਜਿਹੜੀ ਆ ਲਾਗੂ ਕਰੇ। ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਜਿਹੜਾ NPS ਦੇ ਅਧੀਨ ਇੱਕ ਕਲੌਜ਼ ਸੀਗੀ ਕਿ ਜੇਕਰ ਕਿਸੇ ਨੂੰ ਕਿਸੇ ਕੰਮ ਦੇ ਵਾਸਤੇ ਪੈਸੇ ਚਾਹੀਦੇ ਨੇ ਤੇ ਉਹਦੇ 'ਚ ਉਹ ਜਿਹੜਾ ਨਿਕਾਸੀ ਕਰਾ ਸਕਦਾ ਹੈ, ਪਰੰਤੂ ਉਹ ਲਾਗੂ ਨਹੀਂ ਸੀ ਹੋਇਆ। ਅਸੀਂ ਇਸ ਸਾਲ ਉਹ ਲਾਗੂ ਕਰਵਾ ਕੇ
ਤਕਰੀਬਨ 125 ਕਰਮਚਾਰੀ ਸਾਥੀ ਨੇ ਜੋ ਇਸ ਸੁਵਿਧਾ ਦਾ ਲਾਭ ਲੈ ਚੁੱਕੇ ਨੇ ਤੇ ਆਪਣੇ ਜਿਹੜੇ ਆ NPS ਦੇ ਵਿੱਚੋਂ ਪੈਸੇ ਕਢਵਾ ਚੁੱਕੇ ਨੇ ਜੀ। सर बात की जाए तो हर चुनाव में कोई ना कोई हर पार्टी का मुद्दा रहता है। ये तो आपने अपनी पार्टी की उपलब्धियों के बारे में हमारे से विचार साझे किए और हर पार्टी एक मुद्दे पे चुनाव लड़ती है। तो अगर कोई चुनाव में वोट डालने भी आता है तो वो पार्टी के मुद्दों को देखते हुए अपनी चुनाव में वोट डालता है। तो इस बार आपकी पार्टी के मेन मुद्दे कर्मचारियों के लिए क्या रहेंगे? ਸਰ ਦੇਖੋ ਮੇਨ ਸਾਡੇ ਜਿਹੜੇ ਮੁੱਦੇ ਹੈ ਕਿ ਮਿਨਿਸਟਰੀਅਲ ਸਟਾਫ ਦੇ ਜਿੰਨੇ ਵੀ ਕਰਮਚਾਰੀ ਅੰਡਰ ਆਉਂਦੇ ਆ, ਮਿਨਿਸਟਰੀਅਲ ਸਟਾਫ ਦੇ ਅੰਡਰ ਆਉਂਦੇ ਆ, ਕਲਰਕ, ਅਸਿਸਟੈਂਟ, ਜੂਨੀਅਰ ਅਸਿਸਟੈਂਟ, ਸੁਪਰੀਟੈਂਡੈਂਟ, ਅਸਿਸਟੈਂਟ ਰਜਿਸਟਰਾਰ, ਡਿਪਟੀ ਰਜਿਸਟਰਾਰ, ਉਹਨਾਂ ਦਾ ਜਿਹੜਾ ਆ ਜੋ ਵੀ ਪ੍ਰਮੋਸ਼ਨ ਚੈਨਲਸ ਨੇ ਅਸੀਂ ਉਹ ਬਣਵਾਤੇ ਨੇ। ਜੂਨੀਅਰ ਅਸਿਸਟੈਂਟ ਜਿਹੜਾ ਹੈ ਉਹ ਸੀਨੀਅਰ ਅਸਿਸਟੈਂਟ ਕਲਰਕ ਤੋਂ ਬਣਨ ਵਾਸਤੇ 5 ਸਾਲ ਦੀ ਜਿਹੜੀ ਹੈ ਸੇਵਾ ਜ਼ਰੂਰੀ ਸੀ, ਉਹ ਅਸੀਂ ਸਿੰਡੀਕੇਟ ਦੇ ਵਿੱਚ ਆਈਟਮ ਲਿਜਾ ਕੇ 4 ਸਾਲ ਕਰਵਾਤੀ ਹੈ। ਪਰੰਤੂ ਜਿਹੜੇ ਸਾਡੇ ਟੈਕਨੀਕਲ ਕੈਡਰ ਦੇ ਵੀਰ ਨੇ, ਟੈਕਨੀਕਲ ਕੈਡਰ ਦੇ ਵਿੱਚ ਜਿਹੜੇ ਸਾਡੇ ਆ ਜਾਂਦੇ ਨੇ ਲੈਬਸ 'ਚ ਕੰਮ ਕਰਨ ਵਾਲੇ, ਲਾਇਬ੍ਰੇਰੀ, ਪ੍ਰੈਸ ਐਂਡ ਪਬਲੀਕੇਸ਼ਨ, ਬਿਜਲੀ ਵਿਭਾਗ, ਉਹਨਾਂ ਦੇ ਕੁਛ ਪ੍ਰਮੋਸ਼ਨ ਚੈਨਲਸ ਜਿਹੜੇ ਹੈ ਨਾ ਬੜੇ ਲੰਬੇ ਸਮੇਂ ਤੋਂ ਨਹੀਂ ਬਣੇ। ਅਸੀਂ ਤੁਹਾਨੂੰ ਇਹ ਚੀਜ਼ ਕਹਿਣਾ ਚਾਹੁੰਦੇ ਹਾਂ ਕਿ ਇਹ ਸਾਲ ਜਿਹੜਾ ਆ ਪੂਰੇ ਦਾ ਪੂਰਾ ਟੈਕਨੀਕਲ ਕੈਡਰ ਦੇ ਲਈ ਸਮਰਪਿਤ ਰਹੇਗਾ। ਜਿੱਥੇ ਜਿੱਥੇ ਖਾਮੀਆਂ ਨੇ, ਜਿੱਥੇ ਜਿੱਥੇ ਚੇਂਜ ਦੀ ਲੋੜ ਆ, ਅਸੀਂ ਜਿਹੜਾ ਵਾ ਪੂਰੀ ਇਮਾਨਦਾਰੀ ਦੇ ਨਾਲ ਜੋ ਆ ਟੈਕਨੀਕਲ ਕੈਡਰ ਦੇ ਜਿਹੜੇ ਕੰਮ ਕਰਾਵਾਂਗੇ। ਬਾਕੀ ਜਿਹੜਾ ਇੰਪਲਾਈਜ਼ ਦਾ ਮਾਣ ਸਤਿਕਾਰ ਤੇ ਜੋ ਉਹਨਾਂ ਨੂੰ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਸਮੇਂ ਸਿਰ ਮਿਲਣੀਆਂ ਚਾਹੀਦੀਆਂ, ਉਹ ਉਹਨਾਂ ਨੂੰ ਸਮੇਂ ਸਿਰ ਮਿਲਣਗੀਆਂ ਜੀ। ਅਸੀਂ ਉਹਦੇ 'ਤੇ ਪੂਰਾ ਪਹਿਰਾ ਦਿੰਦੇ ਰਹਾਂਗੇ ਇੱਕ ਚੌਕੀਦਾਰ ਦੀ ਤਰ੍ਹਾਂ ਜੀ। सर बात की जाए तो जो यूनिवर्सिटी से रिटायर हो चुके हैं, पेंशन लेवल उनका जो सरकार ने है वो चेंज कर दिया है और रिटायर होने के बाद उनको तरह की परेशानियां झेलनी पड़ रही हैं। और बात की जाए तो पे कमीशन को भी लेकर कई कॉन्ट्रैक्ट वर्कर्स को भी बहुत परेशानी का सामना करना पड़ रहा है। तो क्या इस चुनाव के बाद उनकी परेशानियां आपकी पार्टी द्वारा हल की जाएंगी? ਸਰ ਪਹਿਲੀ ਤਾਂ ਗੱਲ ਹੈ, ਸਭ ਤੋਂ ਜ਼ਰੂਰੀ ਜਿਹੜਾ ਹੈ ਕੰਮ ਆ ਜਿਹੜੇ ਕੱਚੇ ਕਰਮਚਾਰੀ ਆ ਉਹਨਾਂ ਨੂੰ ਪੱਕੇ ਕਰਵਾਉਣ ਦਾ। ਅਸੀਂ ਨਿਰੰਤਰ ਜਿਹੜਾ ਆ ਸਰਕਾਰ 'ਤੇ ਇਸ ਚੀਜ਼ ਦਾ ਪ੍ਰੈਸ਼ਰ ਬਣਵਾ ਰਹੇ ਹਾਂ ਕਿ ਜਿਹੜੇ ਕੱਚੇ ਕਰਮਚਾਰੀ ਆ, ਦੇਖੋ ਇਸ ਮਹਿੰਗਾਈ ਦੇ ਦੌਰ ਦੇ ਵਿੱਚ 5-6 ਹਜ਼ਾਰ 'ਚ ਕਿੱਥੇ ਗੁਜ਼ਾਰਾ ਹੁੰਦਾ ਹੈ। ਤਕਰੀਬਨ 750-800 ਦੇ ਕਰੀਬ ਜਿਹੜੇ ਹੈ ਸਾਡੇ ਕਰਮਚਾਰੀ ਹੈ ਉਹ ਡੇਲੀ ਵੇਜਰ ਤੇ ਆਊਟਸੋਰਸਿੰਗ 'ਤੇ ਨੇ। ਸਾਡਾ ਇਹ ਟੀਚਾ ਰਹੇਗਾ, ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਜੀ ਨੂੰ 2 ਵਾਰ ਚਿੱਠੀਆਂ ਲਿਖ ਚੁੱਕੇ ਹਾਂ, ਉਹਨਾਂ ਤੋਂ ਸਮਾਂ ਮੰਗ ਰਹੇ ਹਾਂ, ਉਹ ਸਾਨੂੰ ਸਮਾਂ ਦੇਣ। ਅਸੀਂ ਜਿਹੜੇ ਕੱਚੇ ਕਰਮਚਾਰੀ ਆ ਇਹਨਾਂ ਨੂੰ ਜਿਹੜਾ ਆ ਪੱਕੇ ਕਰਵਾਉਣ ਦੇ ਲਈ ਜਿਹੜਾ ਹਰ ਹੀਲੇ ਜਿਹੜਾ ਹੈ ਉਹ ਕੋਸ਼ਿਸ਼ ਕਰਾਂਗੇ। ਰਹੀ ਗੱਲ ਪੈਨਸ਼ਨਰਸ ਦੀ, ਤੇ ਸਰ ਪੈਨਸ਼ਨਰਸ ਦਾ ਇਸ ਤਰ੍ਹਾਂ ਹੈ ਕਿ ਸਾਡੀ ਯੂਨੀਵਰਸਿਟੀ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਪੈਨਸ਼ਨਰਸ ਨੂੰ ਕੋਈ ਪਰੇਸ਼ਾਨੀ ਆਉਂਦੀ ਹੈਗੀ, ਕਿਉਂਕਿ ਜੋ ਸਰਕਾਰ ਦੇ ਐਂਡ 'ਤੇ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਹੈ ਉਹ ਪੈਨਸ਼ਨਰਸ ਨੂੰ ਪਹਿਲੇ ਲਾਗੂ ਹੋ ਜਾਂਦਾ ਜੀ। ਅਤੇ ਪੈਨਸ਼ਨਰਸ ਦੀ ਇੱਕ ਜਿਹੜੀ ਐਸੋਸੀਏਸ਼ਨ ਬਣੀ ਹੈ ਉਹਦੇ ਵਿੱਚ ਸਾਡੀ ਹੀ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਸਰਦਾਰ ਅਮਰਜੀਤ ਸਿੰਘ ਜੀ ਬਾਈ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਨੇ, ਅਤੇ ਸ਼੍ਰੀ ਰਮੇਸ਼ ਸ਼ਰਮਾ ਜੀ ਉਸ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਨੇ। ਨਿਰੰਤਰ ਜੋ ਹੈ ਉਹ ਐਸੋਸੀਏਸ਼ਨ ਦੇ ਨਾਲ ਜਿਹੜਾ ਵਾ ਰਾਬਤਾ ਰੱਖਦੇ ਨੇ। ਹਾਇਰ ਅਥਾਰਟੀਜ਼ ਵੀ ਉਹਨਾਂ ਦੀਆਂ ਗੱਲਾਂ ਸੁਣਦੀਆਂ, ਅਤੇ ਐਡੀ ਕੋਈ ਗੱਲ ਨਹੀਂ ਹੈ ਜੀ, ਪੈਨਸ਼ਨਰਸ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ जाएगी। सर वर्कलोड की बात करें तो यूनिवर्सिटी में काम का लोड आप लोगों पे बहुत ज़्यादा रहता है। तो रिटायर पर्सन भी बहुत ज़्यादा पर्सन यहाँ से रिटायर होके जा चुके हैं और सीटें भी बहुत सी खाली पड़ी हैं जो सरकार द्वारा या यूनिवर्सिटी प्रशासन द्वारा नहीं भरी जा रही। उसको लेकर आप क्या कहना चाहेंगे? सर देखो जी, गल ये है कि वर्कलोड तो इस करके है कि क्योंकि ਭਰਤੀ ਦੇ ਵਿੱਚ ਬੜੇ ਚਿਰ ਤੋਂ ਜਿਹੜੀ ਹੈ ਖੜੋਤ ਰਹੀ ਹੈ। ਮੈਂ ਕਹਿੰਦਾ ਸਾਡੀ ਟੀਮ ਵਧਾਈ ਦੇ ਪਾਤਰ ਆ ਕਿ ਲਾਸਟ ਈਅਰ ਜਦੋਂ ਸਾਡੀ ਇਲੈਕਸ਼ਨ ਹੋਈ ਹੈ ਤੇ ਸਾਡੀ ਜਿਹੜੀ ਆ ਵੋਟਰ ਦੀ ਸਟਰੈਂਥ ਸੀਗੀ ਉਹ 950 ਸੀਗੀ, ਅਤੇ ਤਕਰੀਬਨ 45 ਦੇ ਕਰੀਬ ਸਾਡੇ ਇੰਪਲਾਈਜ਼ ਜੇ ਰਿਟਾਇਰ ਹੋਣ ਦੇ ਬਾਵਜੂਦ ਵਿੱਚੋਂ ਕੁਛ ਹੈ ਕਰੋਨਾ ਮਹਾਮਾਰੀ ਦੇ ਕਾਰਨ ਅਤੇ ਸਾਨੂੰ ਜਿਹੜਾ ਸਦੀਵੀ ਵਿਛੋੜਾ ਦੇ ਗਏ ਨੇ ਜਿਹੜੇ 5-7 ਸਾਥੀ, ਉਹਨਾਂ ਦੇ ਵੀ ਜਿਹੜੇ ਆ ਵਾਰਸਾਂ ਨੂੰ ਡੈਥ ਕੇਸ ਦੇ ਵਿੱਚ ਅਸੀਂ ਜਿਹੜਾ ਨੌਕਰੀਆਂ ਲਗਵਾਈਆਂ ਨੇ। ਅਤੇ ਪਿਛਲੇ ਸਾਲ ਅਗਰ 950 ਦੀ ਸਟਰੈਂਥ ਸੀਗੀ ਅਤੇ ਸਟਰੈਂਥ ਅਸੀਂ ਰਿਟਾਇਰਮੈਂਟ ਦੇ ਬਾਅਦ ਵੀ 950 ਦੇ ਕਰੀਬ ਰੱਖੀ ਹੈ। 20 ਇੰਪਲਾਈ ਜੋ ਹੈ ਉਹ ਭਰਤੀ ਜਿਹੜੇ ਹੈ ਹੋ ਚੁੱਕੇ ਆ, ਅੱਜ ਉਹਨਾਂ ਨੇ ਜੁਆਇਨ ਕਰ ਲਿਆ। ਵਾਈਸ ਚਾਂਸਲਰ ਜੀ ਦਾ ਵਿਜ਼ਨ ਇਸ ਚੀਜ਼ 'ਚ ਬਹੁਤ ਕਲੀਅਰ ਆ, ਉਹ ਕਹਿੰਦੇ ਵੀ ਹਰ ਸਾਲ ਜਿਹੜਾ ਹੈ ਅਸੀਂ 30
ਜਿਹੜੀ ਹੈ ਕਲੈਰੀਕਲ ਕੈਡਰ ਦੇ ਵਿੱਚ ਤੇ ਬਾਕੀ ਕੈਡਰਸ ਦੇ ਵਿੱਚ ਜਿੱਥੇ ਜਿੱਥੇ ਰਿਕੁਆਇਰਮੈਂਟ ਆ ਉਹ ਭਰਤੀ ਜਿਹੜੀ ਉਹ ਕਰਨਗੇ। ਤੇ ਸੋ ਸਰ ਜਿਹੜਾ ਵਰਕਲੋਡ ਆ ਉਹ ਜਦੋਂ ਨਵੀਂ ਭਰਤੀ ਹੋਏਗੀ ਤੇ ਓਬਵੀਅਸਲੀ ਗੱਲ ਆ ਉਹ ਠੀਕ ਹੋ ਜਾਏਗਾ ਜੀ। ਤੇ ਅਸੀਂ ਇਸ ਬਾਰੇ ਜਿਹੜਾ ਵਾ ਸਾਡਾ ਬਿਲਕੁਲ ਜਿਹੜਾ ਨਿਸ਼ਚੇ ਪੱਕਾ ਹੈ ਕਿ ਅਸੀਂ ਹਰ ਸਾਲ ਜੋ ਆ अपने जड़े एम्प्लॉइज़ की भर्ती जी वो डेफिनेट करवानी है जी। सर बात की जाए तो इस समय आपकी पार्टी में बहुत बड़ी त्रासदी हुई है। आपके जो प्रधान हैं उनके हस्बैंड की डेथ हो चुकी है, तो इस चीज़ को देखते हुए आपकी पार्टी चुनाव में किस तरह आगे बढ़ेगी? सर देखो ये तो बहुत बड़ा सदमा है भैन जी हरविंदर कौर जी साडे प्रधान साहब दे लई कि उन्हां दे जीवन साथी जदों सानू इस एज दे विच आके अपने जीवन साथी की लोड़ पैंदी है कि बच्चे उन्हां दे दोवें बाहर ने ते बहुत माड़ा होया कि छोटी जी उम्र च भाजी रजिंदरपाल जी सानू सदीवी विछोड़ा दे गए। पर सर असी अगर देखिए गीता पुराण बाइबल गुरु ग्रंथ साहब सारे च लिखा, गुरु ग्रंथ साहब च लिखा है मरण लिखाए मंडल में आए, जिंदगी दिती है परमात्मा ने ते मौत भी जड़ी आ एक आनी ही आनी है। वो वक्री गल है कि इंसान अपना जड़ा वा सारे काम कार करके जावे तो इन्ना दुख नहीं लगता, परंतु जिंदगी जीण दे लई जड़ा अपने काम जड़े आ कदी खत्म नहीं करने चाहिए। तो भैन जी बहुत दृढ़ निश्चय वाले ने वो इलैक्शन लड़ रहे हैं, पूरा पार्टिसिपेट करनगे क्योंकि साडे भाई साहब की अंतिम इच्छा सीगी कि जिन्नी देर भैन जी हरविंदर कौर रिटायर नहीं हो जाते वो गुरु नानक देव यूनीवर्सिटी नॉन टीचिंग एम्पलाई एसोसीएशन दे विच चोण लड़ के कर्मचारियों दीयां सेवावां करते रहणगे, कर्मचारियों के कामां दे वास्ते जड़े आ काम करते रहणगे। ते मैं सलाम करदा उन्हां दे जज्बे नूं। मेरी उन्होंने नाल गल हुई, उन्होंने कहा भी कोई गल नहीं तेरे भाजी का सुपना है, मैं वो सुपना जड़ा आ साकार करूँगी। वो चोण मैदान दे विच बिल्कुल है ने, कोई ऐसी गल नहीं है कि असी जड़ा वा चोण दे विच इस चीज़ नूं अपने ते हावी होण देंगे। ये तो एक परमात्मा दे वल्लों दिती हुई दात आ जीवन जड़ा है, तो कोई गल नहीं है जो हो गया वो परिवार नूं भाणा मरन दा बल बख्शे परमात्मा। तो बाकी जिहड़े आ चोण मैदान दे विच मैडम हरविंदर कौर जिहड़े आ वो लड़ रहे ने जी, तो वो साडे प्रधान रहणगे ते असीं उन्हां दी रहनुमाई दे विच पूरा यकीन रखते हैं कि असीं अवश्य जितांगे जी। सर चुनाव बहुत ही करीब आ रहे हैं नॉन टीचिंग स्टाफ के, तो कर्मचारियों में और नॉन टीचिंग स्टाफ के मेंबरों में इसका किस तरह का रुझान पाया जा रहा है और क्या लगता है कि इस बार चुनाव में आपकी पार्टी का क्या नतीजा आएगा? सर मैं समझदा जी गुरु नानक देव यूनीवर्सिटी विश्वविद्यालय एक ऐसा इंस्टीट्यूट आ जिहदे विच जिहड़ा है हर कर्मचारी एक सूझवान पढ़िया लिखिया ते सारा कुछ जानदा है, भली भांत जानदा है। देखो बाकी इलैक्शनां दे विच मैं नहीं समझदा कि कोई किसी नूं भरम भुलेखा दे के किसी तरीके भरमा के वोट लै सकदा है, पर ਜਿਹੜੇ ਸਾਡੇ ਇੰਪਲਾਈਜ਼ ਨੇ ਉਹ ਵਿਦਿਆ ਦੇ ਖੇਤਰ ਦੇ ਵਿੱਚ ਹੈਗੇ ਨੇ ਤੇ ਵਿਦਿਆ ਦੇ ਖੇਤਰ ਦੇ ਵਿੱਚ ਹਰ ਆਦਮੀ ਸੂਝਵਾਨ ਆ। ਤੇ ਵੋਟਰ ਦਾ ਕੀ ਹੁੰਦਾ ਹੈ, ਵੋਟਰ ਦੀ ਡਿਮਾਂਡ ਹੁੰਦੀ ਕੰਮ, ਤੇ ਮੈਂ ਕਹਿੰਦਾ ਵਾਂ ਕਿ ਉਹ ਕੰਮ ਜਿਹੜੇ ਅਸੀਂ ਕਰਵਾਏ ਆ ਕੰਮਾਂ ਨੂੰ ਜਿਹੜਾ ਮੱਦ ਨਜ਼ਰ ਰੱਖਦੇ ਹੋਏ ਸਾਡੇ ਇੰਪਲਾਈ ਸਾਥੀ ਜਿਹੜਾ ਹੈ ਸਾਡਾ ਸਹਿਯੋਗ ਦੇਣਗੇ। पूर्ण विश्वास आ असी ईमानदारी तनदेही दे नाल पूरा साल जिहड़ी आ नॉन टीचिंग दे कर्मचारियों दे वास्ते जिहड़ी आ सेवा कीती है। तो ये हुण मौका है कि वो अपना कीमती वोट जिहड़ा वा डेमोक्रेटिक इंपलाई फ्रंट की टीम जिहदा चोण निशान गुलाब दा फुल उहनूं जिहड़ियां वोटां पा के भारी बहुमत दे नाल जिहड़े जिताणगे ते जित असी जरूर जावांगे जी। आज हमने बात की रजनीश भारद्वाज जी से, जिन्होंने बताया कि इस बार उनकी पार्टी के क्या मुद्दे रहेंगे और क्या उन्होंने इस साल में अपनी कर्मचारियों के लिए उपलब्धियां की और आने वाले समय में अगर इनकी पार्टी जीतती है तो इनके आगे के मुद्दे क्या रहेंगे। और इन्होंने बहुत ही बेहतरीन ढंग से अपने विचार NA24 न्यूज़ चैनल से साझे किए और आप देख सकते हैं कि इस वक्त इनकी टीम के सभी सदस्य हमारे साथ बैठे हुए हैं। हम कोशिश करेंगे कि इस टीम के एक और सदस्य से करवाएंगे कि जो हमको बताएंगे कि इस साल किस तरह से इनकी टीम चुनाव की तैयारियां कर रही हैं। मैम, हम आपसे पूछना चाहते हैं कि इस साल आपकी टीम के क्या मुद्दे रहेंगे और क्यों लगता है कि आपकी ही टीम चुनाव जीतेगी?
ਦੇਖੋ ਜੀ, ਸਭ ਤੋਂ ਪਹਿਲੇ ਤੇ ਇਹ ਹੈ ਕਿ ਸਾਨੂੰ ਪਰਮਾਤਮਾ ਤੇ ਆਪਣੇ ਮਨ ਤੇ ਪੂਰਾ ਵਿਸ਼ਵਾਸ ਹੈ। ਸਾਨੂੰ ਆਪਣੀ ਗੁਰਬਾਣੀ ਵਿੱਚ ਪੂਰਾ ਵਿਸ਼ਵਾਸ ਹੈ, ਆਪਣੇ ਕੰਮਾਂ ਤੇ ਪੂਰਾ ਵਿਸ਼ਵਾਸ ਹੈ ਕਿ ਅਸੀਂ ਡਟ ਕੇ ਕੰਮ ਕੀਤਾ ਹੈ ਤੇ ਅੱਗੇ ਵੀ ਡਟ ਕੇ ਹੀ ਕੰਮ ਕਰਾਂਗੇ। ਜੋ ਗੁਰਬਾਣੀ ਦੇ ਵਿੱਚ ਵਿਚਾਰ ਹੈ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ, ਸਾਡੀ ਨਿਸ਼ਚੈ ਕਰਕੇ ਹੀ ਜਿੱਤ ਹੋਏਗੀ। ਮੈਨੂੰ ਆਪਣੀ ਟੀਮ ਤੇ ਆਪਣੀ ਟੀਮ ਦੇ ਮੈਂਬਰਾਂ ਤੇ ਪੂਰਾ ਭਰੋਸਾ ਹੈ ਜੀ। तो बात करेंगे सर, क्या लगता है कि इस बार आपकी टीम में त्रासदी होने के बावजूद भी आपकी टीम में इतनी जागरूकता देखने को मिल रही है और आप बोल रहे हैं कि इस बार भी आप इस चुनाव में जीत लेकर ही निकलेंगे, क्या मुद्दे रहेंगे? ਸਰ, ਮੁੱਦਿਆਂ ਬਾਰੇ ਤੇ ਸਾਡੇ ਸਕੱਤਰ ਸਾਹਿਬ ਨੇ ਤੁਹਾਨੂੰ ਤਕਰੀਬਨ ਦੱਸ ਦਿੱਤਾ ਜੀ। ਜਿਹੜੀ ਰਹੀ ਵੱਡੀ ਗੱਲ ਮੈਡਮ ਵੱਲੋਂ, ਉਹ ਪਰਮਾਤਮਾ ਦਾ ਕੀਤਾ ਹੋਇਆ, ਉਹ ਇਸ ਸਦਮੇ ਦੇ ਨਾਲ ਫਿਰ ਵੀ ਉਹਨਾਂ ਦ੍ਰਿੜ ਨਿਸ਼ਚਾ ਕੀਤਾ ਵਾ ਕਿ ਅਸੀਂ ਇਲੈਕਸ਼ਨ ਲੜਾਂਗੇ ਤੇ ਬੜੇ ਕੰਮਾਂ ਦੇ ਆਧਾਰ 'ਤੇ ਜਿੱਤਾਂਗੇ। ਵੱਡੀ ਜਿਹੜੀ ਮੇਨ ਗੱਲ ਮੈਂ ਕਰਨੀ ਚਾਹੁੰਦਾ ਵਾਂ, ਮੁੱਦਿਆਂ ਬਾਰੇ ਕੰਮਾਂ ਬਾਰੇ ਦੱਸ ਦਿੱਤਾ। ਸਾਡਾ ਇੱਕੋ ਡੈਮੋਕ੍ਰੈਟਿਕ ਇੰਪਲਾਈ ਫਰੰਟ ਦਾ ਰਿਹਾ ਵਾ ਕਿ ਅਸੀਂ ਹਰ ਇੰਪਲਾਈ ਦੀ ਜਿਹੜਾ ਡਰ ਆ ਨਾ ਲੋਕਾਂ ਦੇ ਮਨਾਂ 'ਚੋਂ, ਪਿਛਲੇ ਸਾਲਾਂ 'ਚ ਲੋਕਾਂ ਦੇ ਮਨਾਂ 'ਚ ਇੰਨਾ ਡਰ ਹੁੰਦਾ ਸੀ ਵੀ ਪਤਾ ਨਹੀਂ ਮੇਰੀ ਬਦਲੀ ਹੋ ਜਾਣੀ, ਔਰ ਇਹ ਅਸੀਂ ਡਰ ਖਤਮ ਕਰਕੇ ਆਪਸੀ ਭਾਈਚਾਰਾ ਬਣਾ ਰੱਖਿਆ ਜੀ। ਉਸ ਭਾਈਚਾਰੇ ਦੇ ਆਧਾਰ 'ਤੇ ਲੋਕ ਸਾਨੂੰ ਤਕਸੀਮ ਕਰਨਗੇ ਜੀ। ਵੱਧ ਤੋਂ ਵੱਧ ਵੋਟਾਂ ਪੈਣਗੀਆਂ ਕਿਉਂਕਿ ਸਾਨੂੰ ਮਾਣ ਆ ਆਪਣੇ ਇੰਪਲਾਈ 'ਤੇ, ਕਿਉਂਕਿ ਅਸੀਂ ਉਹਨਾਂ ਦੇ ਕੰਮ ਕੀਤੇ ਆ ਤੇ ਕੰਮਾਂ ਦੇ ਆਧਾਰ 'ਤੇ ਅਸੀਂ ਜਿੱਤਾਂਗੇ ਜੀ। आज हमने बात की डेमोक्रेटिक एम्प्लॉयज़ फ्रंट पार्टी से, जिन्होंने अपने मुद्दों और अपने चुनाव के बारे में रणनीति को हमसे साझा किया। NA 24 न्यूज़ चैनल के साथ आशीष शर्मा, नरेंद्र सिंह, धन्यवाद।